सतनाम। धन वाहिगुरु साहिब जी। हमारी प्यारी अमृत धारी, गुर निमख ना मन ते टारी रे। दर्शन परसन सरसन हरसन, रंग रंगी करतारी रे। खिन रम गुरगम हर दम नह जम, हर कंठ नानक उर हारी रे। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो शरणाई। साहिब सतगुरु हाजरा हजूर जहरा सहूर सर्व कला भरपूर, चवर छत्र तखत दे मालक बरदो आलम शाह श्री गुरु ग्रंथ साहब महाराज जी की पावन हजूरी अंदर सुभायमान गुरु प्यारे सन्मानयोग सत्संगी जनों, आप जी ने अमृतमय बाणी का कीर्तन हजूरी रागी जत्थे पासों सरवण किया, जो गुरमत अनुसार हर गुरुद्वारे हर गुरु घर का नेम है। अमृत वेले नितनेम दियां बाणी तो उपरंत आसा की वार दा उस पंथक रैणी नूं मुख रखदियां आप जी ने बहुत प्रेम भावना दे नाल आसा की वार दा कीर्तन सरवण किया है। आओ जी, जो हुण इस दरबार की मर्यादा है, कीर्तन तो उपरंत अमृतमयी बाणी की कथा, इस कथा वल समा भी हो गया और जो लड़ीवार समागम खालसा साजना दिवस नूं मुख रखदियां इस पावन स्थान ते उलीके गए ने और उस लड़ी दे विच 6 तो लैके 9 तरीक तक सवेर ते शाम कथा दे समागम ने। सो आओ जी, जिथों कल नूं विचार असी छड्डी सी, उथों ही शब्द विचार वल तुरीए। धन गुरु अर्जुन देव महाराज सच्चे पातशाह शहीदां दे सरताज दा हुक्मनामा पाठ पढ़ियो अर वेद विचारियो, निवल भयंगम साधे, पंच जना स्यों संग ना छुटकियो, अदक अहंग बुद्ध बाधे। नाल इस शब्द की टेक रखिए। जिन्ने क आप गुरदरबारे मौजूद हो, सच्चे पातशाह महाराज जी दे पावन दीदारे कर रहे हो, कोई भी रसना वांझी ना रहे। सतगुर जी शब्द की दात बख्शण, कहन सुनन वालियां नूं अंदर दा टिका बख्शण। कोई भी रसना वांझी ना रहे। गज वज के गुरु बख्शी फतेह सांझी करो जी। वाहिगुरू जी का खालसा, वाहिगुरू जी की फतेह।
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਦੇ ਵਿੱਚ ਜਿੱਥੇ ਬਾਹਰ ਦੇ ਇਸ਼ਨਾਨ ਦਾ ਜ਼ਿਕਰ ਹੈ, ਉੱਥੇ ਸਭ ਤੋਂ ਜ਼ਿਆਦਾ ਜ਼ੋਰ ਮਨ ਦੇ ਨਹਾਵਣ ਦਾ ਜ਼ਿਕਰ ਕੀਤਾ ਹੈ, ਮਨ ਦੇ ਇਸ਼ਨਾਨ ਦਾ ਕੀਤਾ ਹੈ। ਔਰ ਇਹਦਾ ਜ਼ਿਕਰ ਅਸੀਂ ਜਪ ਬਾਣੀ ਵਿੱਚ ਵੀ ਪੜ੍ਹਦੇ ਹਾਂ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਇਹਨੂੰ ਨਾਵਾ ਨਹੀਂ ਪੜ੍ਹਨਾ, ਨਾਵਾਂ ਪੜ੍ਹਨਾ, ਇਹਨੂੰ ਭਾਰਾ ਪੜ੍ਹਨਾ। ਜੇ ਸੱਚੇ ਪਾਤਸ਼ਾਹ ਤੈਨੂੰ ਪ੍ਰਵਾਨ ਹੋਏ ਤੇ ਮੇਰਾ ਨਾਤਾ ਵੀ ਮੇਰੇ ਜੀਵਨ ਦੇ ਵਿੱਚ ਤਬਦੀਲੀ ਲਿਆ ਸਕਦਾ ਤੀਰਥਾਂ ਦਾ। ਇਹ ਭਾਵਨਾ ਤੇਰੀ ਰਜ਼ਾ ਦੇ ਵਿੱਚ ਹੈ, ਪਰ ਜੇ ਤੈਨੂੰ ਨਹੀਂ ਭਾਇਆ ਤੇ ਫਿਰ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੂਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੂਰ। ਕਿਉਂਕਿ ਅੱਜ ਦਾ ਜਿਹੜਾ ਹੁਕਮਨਾਮਾ ਹੈ, ਇੱਕ ਤੇ ਪਾਠ ਪੜ੍ਹਨ ਦਾ ਔਰ ਇੱਕ ਗ੍ਰੰਥਾਂ ਨੂੰ ਵਿਚਾਰਨ ਦਾ। ਅਗਲਾ ਜ਼ਿਕਰ ਹੈ ਨਿਵਲ ਭੁਯੰਗਮ ਸਾਧੇ, ਗੋਡਿਆਂ ਭਾਰ ਭਾਵ ਖੜੇ ਹੋ ਕੇ ਗੋਡਿਆਂ ਤੇ ਹੱਥ ਰੱਖ ਕੇ ਨਿਉਲੀ ਕਰਮ ਸਾਹ ਤਾਂ ਠਾਂ ਕਰਨੇ, ਔਰ ਚੌਕੜੇ ਲਾ ਕੇ ਕੁੰਡਲਨੀਆਂ ਜਾਗਰਿਤ ਕਰਾਉਣੀਆਂ। ਇਹ ਸਾਰੇ ਕਰਮ ਮਹਾਰਾਜ ਜੀ ਕਹਿੰਦੇ ਆ ਸਰੀਰ ਨੂੰ ਸਾਧਣ ਦੇ ਤੇ ਹੋ ਸਕਦੇ ਆ, ਪਰ ਕਿੱਥੇ ਇਹ ਭੁਲੇਖਾ ਨਾ ਖਾ ਲਈ ਕਿ ਇਹਨਾਂ ਸਾਰੇ ਕਰਮਾਂ ਦੇ ਨਾਲ ਕਿੱਥੇ ਤੂੰ ਮਨ ਨੂੰ ਸਾਧ ਸਕੇ। ਕਿੰਨਾ ਚਿਰ ਤੱਕ ਨਹੀਂ, ਜਿੰਨਾ ਚਿਰ ਤੱਕ ਇਹ ਕੀਤਾ ਹੋਇਆ ਕਰਮ ਤੇਰੇ ਮਨ ਉੱਤੇ ਅਸਰ ਨਾ ਪਾਏ। ਅਗਲੇ ਪਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਆ, ਪਿਆਰੇ ਇਨ ਬਿਦ ਮਿਲਣ ਨਾ ਜਾਏ। ਹਾਂ, ਹੋ ਸਕਦਾ ਤੇਰਾ ਸਰੀਰ, ਤੇਰੇ ਅੰਦਰ ਦੀਆਂ ਆਂਤੜੀਆਂ ਸਾਫ਼ ਹੋ ਜਾਣ, ਤੇਰੇ ਅੰਦਰ ਸਰੀਰ ਨੂੰ ਥੋੜ੍ਹਾ ਜਿਹਾ ਸਬਰ ਮਿਲੇ, ਚੈਨ ਮਿਲੇ, ਸਰੀਰ ਦੀ ਬਿਮਾਰੀ ਸਾਧੀ ਜਾਏ ਇਹ ਕਰਮ ਕੀਤਿਆਂ। ਪਰ ਜਿੰਨਾ ਚਿਰ ਤੱਕ ਮਨ ਬਿਮਾਰ ਹੈ, ਮਨ ਨੂੰ ਬਿਮਾਰੀ ਹੈ, ਉਨਾ ਚਿਰ ਤੱਕ ਇਸ ਸੰਸਾਰ ਦੇ ਵਿੱਚ ਗਤੀ ਨਹੀਂ ਹੈ। ਹੁਣ ਛੋਟਾ ਜਿਹਾ ਉਦਾਹਰਣ ਇਹ ਹੈ ਕਿ ਸਰੀਰ ਬਿਮਾਰ ਹੋਏ ਤੇ 36 ਪ੍ਰਕਾਰ ਦੇ ਭੋਜਨ ਵੀ ਸਵਾਦਲੇ ਨਹੀਂ ਲੱਗਦੇ। ਹੌਲੀ ਹੌਲੀ ਸਰੀਰ ਵਿੱਚੋਂ ਬਿਮਾਰੀ ਨਿਕਲੇ ਤੇ ਫਿਰ ਸਵਾਦਲਾ ਭੋਜਨ ਲੱਗਣਾ ਸ਼ੁਰੂ ਹੁੰਦਾ ਹੈ। ਸਰੀਰ ਦਰੁਸਤ ਹੋਏ ਤੇ ਭੋਜਨ ਦਾ ਸਵਾਦ ਪੂਰਾ ਆਉਂਦਾ ਹੈ। ਇੱਕ ਸਰੀਰ ਦਰੁਸਤ ਹੈ, ਉਹਨੂੰ ਭੋਜਨ ਦਾ ਪੂਰਾ ਸਵਾਦ ਆਏਗਾ, ਪਰ ਜੇ ਸਰੀਰ ਬਿਮਾਰ ਹੈ, ਉਹਨੂੰ ਵੀ ਉਸ ਭੋਜਨ 36 ਪ੍ਰਕਾਰ ਦਾ ਹੋਏ, ਉਹਨੂੰ ਉਹ ਬਕਬਕਾ ਲੱਗੇਗਾ। ਇਸੇ ਤਰ੍ਹਾਂ ਮਨ ਸਾਡਾ ਬਿਮਾਰ ਹੈ। ਮਨ ਨੂੰ ਹਉਮੈ ਰੋਗ ਅਦਕ ਅਹੰਗ ਬੁੱਧ ਬਾਧੇ, ਇਹ ਹਉਮੈ ਰੋਗ ਦੀ ਬਿਮਾਰੀ ਚਿੰਬੜੀ ਹੋਈ ਹੈ। ਇਸ ਕਰਕੇ ਬਾਣੀ ਮਿੱਠੀ ਨਹੀਂ ਲੱਗਦੀ, ਬਾਣੀ ਦਾ ਰਸ ਨਹੀਂ ਆਉਂਦਾ, ਬਾਣੀ ਦਾ ਜੀਵਨ 'ਤੇ ਪ੍ਰਭਾਵ ਨਹੀਂ ਪੈਂਦਾ। ਇਸੀ ਅੱਜ ਦੇ ਹੁਕਮਨਾਮੇ ਦੇ ਵਿੱਚ ਇੱਕ ਪਦਾ ਹੈ, ਮਨ ਕਾਮਨਾ ਤੀਰਥ ਜਾਏ ਬਸਿਓ। ਤੀਰਥ ਇਸ਼ਨਾਨ ਦਾ ਜ਼ਿਕਰ ਕਰਦੇ ਗੁਰੂ ਅਰਜਨ ਸਾਹਿਬ ਜੀ। ਸਿਰ ਕਰਵਤ ਧਰਾਏ, ਕਰਵਤ ਕਹਿੰਦੇ ਆ ਜੀ ਆਰਾ। ਇਹ ਪੁਰਾਣੇ ਸਮਿਆਂ ਦੇ ਵਿੱਚ, ਪੁਰਾਣਾਂ ਦੇ ਵਿੱਚ ਜ਼ਿਕਰ ਹੈ ਕਿ ਜੇ ਤੁਸੀਂ ਆਪਣੀ ਸਾਰੀ ਸੰਪत्ति ਵਿਪਰ ਨੂੰ ਦਾਨ ਕਰਕੇ ਕਾਂਸ਼ੀ ਦੇ ਕੰਢੇ ਆਪਣੇ ਸਿਰ 'ਤੇ ਆਰਾ ਚਲਵਾ ਲਓ ਤੇ ਸ਼ਰਤੀਆ ਗੱਲ ਪੁਰਾਣ ਕਹਿੰਦੇ ਤੁਹਾਨੂੰ ਸਵਰਗ ਮਿਲ ਜਾਏਗਾ। ਪਰ ਮਹਾਰਾਜ ਕਹਿੰਦੇ ਇਵੇਂ ਵੀ ਸਵਰਗ ਨਹੀਂ ਮਿਲਣਾ, ਇਵੇਂ ਵੀ ਸੁੱਖ ਨਹੀਂ ਮਿਲਣਾ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੈ ਇਨ ਵਿਦ, ਸਵਰਗ ਤੇ ਤਾਂ ਸੀ ਨਾ ਜੇ ਮਨ ਅੰਦਰੋਂ ਪਵਿੱਤਰ ਹੁੰਦਾ। ਇਹ ਨਾ ਸੋਚਿਓ ਕਿ ਸਵਰਗ ਨਵਰਗ ਕੋਈ ਅੱਗੇ ਜਾ ਕੇ ਮਿਲਣਾ। ਇਹ ਵੀ ਮਹਾਰਾਜ ਜੀ ਨੇ ਜ਼ਿਕਰ ਕੀਤਾ, ਮਤ ਕੋ ਜਾਪੈ ਜਾਏ ਅੱਗੇ ਪਾਏ ਸੀ। ਅੱਗੇ ਕੁਛ ਨਹੀਂ ਹੈ। ਦੇਰ ਇਜ਼ ਨੋ ਅਦਰ ਪਲੈਨਟ ਵੇਅਰ ਵੀ ਕੈਨ ਗੈਟ ਦ ਹੈਵਨ ਔਰ ਹੈਲ। ਦੇਰ ਇਜ਼ ਨੋ ਅਦਰ ਪਲੈਨਟ, ਕੋਈ ਹੋਰ ਥਾਂ ਨਹੀਂ ਹੈ। ਮਹਾਰਾਜ ਕਹਿੰਦੇ ਇੱਥੇ ਹੀ ਸਭ ਕੁਛ ਹੈ, ਸਵਰਗ ਤੇ ਨਰਕ। ਔਰ ਉਹ ਸਾਰੀ ਮਨ ਦੀ ਅਵਸਥਾ ਦੇ ਕਰਕੇ ਹੈ। ਜੇ ਮਨ ਬਿਮਾਰ ਹੈ, ਮਹਾਰਾਜ ਕਹਿੰਦੇ ਆ ਫਿਰ ਸਵਰਗ ਨੂੰ ਵੀ ਤੂੰ ਨਰਕ ਬਣਾ ਦੇਂਗਾ। ਜੇ ਮਨ ਅੰਦਰ ਚੜ੍ਹਦੀ ਕਲਾ ਹੈ, ਫਿਰ ਤੱਤੀ ਵਾਓ ਦੇ ਵਿੱਚ ਵੀ ਤੂੰ ਐਂ ਸੀਤਲ ਰਹੇਂਗਾ। ਕਿਉਂਕਿ ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿਲੋਏ। ਤੇਰੇ ਕੋਲ ਗੁਰੂ ਦਾ ਸ਼ਬਦ ਹੈ ਜਿਹੜਾ ਤੈਨੂੰ ਹਰ ਤਰ੍ਹਾਂ ਦਾ ਸਹਾਰਾ ਬਣਦਾ। ਤੇਰੇ ਕੋਲ ਐਸੀ ਦਾਤ ਹੈ ਜਿਸ ਦਾਤ ਦੇ ਵਿੱਚ ਤੇਰੇ ਅੰਦਰ ਸੀਤਲਤਾ ਹੈ। ਹਿਵੈ ਘਰ ਦਾ ਮਤਲਬ ਇਗਨੋ,
बर्फ़ के उत्ते बनाए हुए बर्फ़ के घर किन्ने ठंडे होंदे आ। जिन्ना ठंडा महाराज जी कहते बर्फ़ के उत्ते बनाया बर्फ़ का घर होंदा है, इवें गुरु के शब्द के विच अत की कठोरता, अत की ताती वाव दे विच भी तेरा मन शीतल रहेगा। इस करके महाराज जी कहते हैं तू भावें जिन्ना मर्जी यतन कर ले तीर्थां दा, तीरथ नावा जपो जी तीरथ नावा जे तिस भावा विण भाणै के नहाए करी। नाए नहीं पढ़ना, नहाए नहाउणा, जिन्हों कहा कि शरीर का स्नान, पर कल्ला शरीर का नहीं, इत्थे शरीर नाल नाल मन का इशनान बड़ा जरूरी है। शरीर का रोज़ कर रहे हैं, पर महाराज कहते मिट्टी नूं किन्ना क धोलेगा, मिट्टी मिट्टी है, जिन्ना धोएगा इन्हें साफ नहीं होना। शरीर नूं जिन्ना मर्जी मांज लीए, शरीर ने फिर मलीन रहना है, शरीर ने फिर गंदला रहना है, मैला रहना है। महाराज कहते हैं जिथे शरीर का इशनान करदा है उत्थे सिख बन के मन का इशनान भी कर। तो गुरु रामदास महाराज जी ने सिख की परिभाषा दी है। गुरु ग्रंथ साहब कोई डिक्शनरी नहीं है, सच्चे पातशाह गुरु ग्रंथ साहब कोई थिजारस नहीं है, कोई इंसाइक्लोपीडिया नहीं है, कोई इस तरह का कोश नहीं है जिहदे विचों असीं अर्थ नूं लभण चलीए। हाँ, इहदे विच जे सतगुरु जी किसी चीज़ का बयान करनगे तो परिभाषक तौर पर उहदे भाव अर्थ बयान करनगे। हुण सिख की परिभाषा महान कोश विच पढ़ो जां किसी कोश विच पढ़ो, रतन सिंह जग्गी दे भी शब्द कोश ने, ततले दे भी किन्ने कोश लिखे हुए ने। वो कहणगे जी शिष्य है तो सीखण वाला, जिहड़ा सिखदा है उहनूं सिख क्या, जिहड़ा शिष्य है, जिहड़ा चेला है, जिहड़ा मत नूं रख के तो कुछ लैण आया। जे गुरु ग्रंथ साहब विचों सिख की परिभाषा लभीए तो पहला वचन सो सिख सखा बंदप है भाई जे गुर के भाणे विच आवे। सीधी गल सिख दी पहली शर्त यह है कि चाकर लगे चाकरी जे चलै आ है खसमै भाए, हुरमत तिसनो अगली वो वजो भी दूना खाए। कहते जे बख्शिश लैण आया, जे तू हुक्म विच तुर के लैण आया, फिर गुरु उन्ना देगा जिन्ना तू कदी चित चेते विच सोचा भी नहीं होएगा, जिहदा तैनूं ख्याल भी नहीं होएगा। क्योंकि ये ऐसी दात है, हर की गत ना कोई जाना है। जपो जी हर की गत ना कोई नहीं जान सकता। जोगी जति तपी पच हारे, जपो जोगी जति तपी पच हारे, अरबो लोग सियाणे, जपो अरबो सियाणे तो सियाणे नहीं समझ सके रब के हो जाए। खिन मैं राव रंक को कर ही राव रंक कर डारे, उहदा पता नहीं अज भिखारी है तो भलके नूं बादशाह बना दे, तो कोई तखत ते बैठा है तो उन्होंने मंगता भी बना दे। या फिर कोई बादशाह मंगता बन जाए तो कहे लै मैं तो बादशाह सां, मैं तो वड्डा राजा सां, तो बंदा कहे हुण की करेगा, हुण भिखारी हो गया, कहते हुण मैं मंग के खा लाँगा, मेरी प्रजा ही है। जे वो तेरे ते तरस ना करे तो फिर तू मंग के भी नहीं खा सकता। हुणे आसा की वार च पढ़िया, हुणे ही पढ़िया, नदर उपट्ठी जे करै सुल्ताना घा कराइंदा। सुल्ताना नूं घा वड्डण ला दिंदा है, ते सुल्तान के मैं नहीं वड्डदा घा, मैं बादशाह सी, मैं मंग लाँगा। अगला बचन है दर मंगण भिख ना पाइंदा। जे उहदी नदर नहीं होई तो तू मंग के भी नहीं खा सकता, कोई तेनू भिख भी नहीं देगा। खिन मैं राव रंग को कर ही राव रंग कर डारे। एक खिन विच राव, राव कहंदे बादशाह, रंग कहंदे भिखारी, ये कर दिंदा। रीते भरे भरे सख नावै, इस करके भाणे दी रजा दी हुक्म दी उहदी कार विच चलन दी जिक्र कीता है, क्योंकि उहदे हुक्म तो बिना कुछ नहीं समझ आउंदा। ये नहीं पता कि उन्होंने की पाउंदा है। रीते भरे भरे सख नावै, रीते भरे का मतलब पता की है, खालियां नूं भर दिंदा है ते भरियां नूं मूदा करके खाली भी कर दिंदा है। दसो की करोगे? बड़े बड़े ज्ञानवान बंदे हौमै विच आके इस दर ते कख नहीं लैके जाते, कमाया होया भी गवा जाते हैं, ते इत्थे कंगाल बंदे भी आके अपने दातां अपने घर नूं भर के लै जाते हैं। इनू समझो इस गल नूं, रीते भरे भरे सख नावै,
यह ताको व्यवहारे, ਇਹਦਾ ਵਿਵਹਾਰ ਤੁਹਾਨੂੰ ਪਤਾ ਹੀ ਨਹੀਂ ਹੈ। ਇਸ ਕਰਕੇ ਸਿੱਖ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਭਾਈ। ਜਪੋ ਜੀ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ, ਵਿਛੜ ਚੋਟਾਂ ਖਾਵੈ। ਸੱਟਾਂ ਖਾਉਂਦਾ, ਕਿਹੜੀਆਂ ਸੱਟਾਂ? ਇਹਦਾ ਜ਼ਿਕਰ ਬਾਣੀ ਦੇ ਵਿੱਚ ਕਿਹਾ। ਮਹਾਰਾਜ ਕਹਿੰਦੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈਆ ਰੇ। ਆਪਣੀ ਸਿਆਣਪ 'ਚ ਨਾ ਤੁਰ ਲਈ, ਤੇਰੀ ਸਿਆਣਪ ਹੀ ਤੈਨੂੰ ਠੁੱਡਾ ਮਾਰ ਕੇ ਤੇ ਢੱਠੇ ਮੂੰਹ ਸੁੱਟੇਗੀ ਖੂਹ 'ਚ। ਉਹਦੇ ਸ਼ਬਦ ਵਿੱਚ ਹੁਣ ਗੁਰੂ ਰਾਮਦਾਸ ਜੀ ਕਹਿੰਦੇ ਸਿੱਖ ਦੀ ਪਰਿਭਾਸ਼ਾ ਕੀ ਹੈ, ਸੁਣੋ। ਇਹ ਥੋੜ੍ਹੀ ਕਿ ਇਕੱਲਾ ਲਿਖ ਦਿੱਤਾ ਸਿੱਸ਼ੇ ਜਾਂ ਸਿੱਖਣ ਵਾਲਾ। ਸਿੱਖ ਦੀ ਪਰਿਭਾਸ਼ਾ ਹੈ ਗੁਰ ਸਤਿਗੁਰ ਕਾ ਜੋ। ਬੜੇ ਧਿਆਨ ਨਾਲ ਇਸ ਸ਼ਬਦ ਨੂੰ ਸਮਝਿਓ, ਦਰਸ਼ਨ ਵੀ ਕਰਿਓ ਬਾਣੀ ਦੇ, ਕਿਉਂਕਿ ਅੱਜ ਦੇ ਸ਼ਬਦ ਦੀ ਵਿਚਾਰ ਜਿੱਥੋਂ ਕੱਲ ਰਾਤ ਨੂੰ ਛੱਡੀ ਸੀ ਉੱਥੋਂ ਹੀ ਸ਼ੁਰੂ ਕੀਤੀ ਹੈ। ਰਾਤ ਨੂੰ ਛੱਡੀ ਸੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਇਹ 4 ਬਚਨ ਨੇ। ਜਪੋ ਜੀ ਨਾਲ, ਦਰਸ਼ਨ। ਹੁਣ ਦੇਖੋ ਦਰਸ਼ਨ ਕੀ ਹੈ? ਅੱਖਾਂ ਦਾ ਵੇਖਣਾ। ਮਹਾਰਾਜ ਕਹਿੰਦੇ ਇਕੱਲਾ ਅੱਖਾਂ ਦਾ ਵੇਖਣਾ ਨਹੀਂ, ਅੰਦਰੋਂ ਬਾਣੀ ਦਾ ਦਰਸ਼ਨ ਕਰਨਾ। ਪਰ ਕਿਵੇਂ ਹੋਏਗਾ? ਅਗਲਾ ਬਚਨ ਕਿਹਾ ਪਰਸਨ। ਪਰਸ ਕਿਹਨੂੰ ਕਹਿੰਦੇ? ਸਪਰਸ਼ ਕਰਨਾ। ਕੋਈ ਚੀਜ਼ ਅਸੀਂ ਹੱਥਾਂ ਦੇ, ਭਾਵੇਂ ਸਾਡੀ ਸਕਿਨ ਨੂੰ ਸਪਰਸ਼ ਕਰਦੀ ਹੈ, ਸਾਨੂੰ ਪਤਾ ਲੱਗਦਾ ਤੱਤਾ ਹੈ ਜਾਂ ਠੰਡਾ ਹੈ। ਇਹ ਕਿਹੋ ਜਿਹੀ ਚੀਜ਼ ਹੈ? ਇਹ ਜੀਵਤ ਚੀਜ਼ ਹੈ, ਜੜ ਵਸਤੂ ਹੈ ਜਾਂ ਅਚੇਤਨ ਵਸਤੂ ਹੈ? ਮਹਾਰਾਜ ਕਹਿੰਦੇ ਜਿਸ ਤਰ੍ਹਾਂ ਸਰੀਰ ਦੇ ਗਿਆਨ ਇੰਦਰੀਆਂ ਨੂੰ ਸਪਰਸ਼ ਕੀਤਿਆਂ ਚੀਜ਼ ਦੀ ਅਵਸਥਾ ਦਾ ਪਤਾ ਲੱਗਦਾ ਹੈ, ਇਸੀ ਤਰ੍ਹਾਂ ਜਿੰਨਾ ਚਿਰ ਤੱਕ ਬਾਣੀ ਮਨ ਨੂੰ ਸਪਰਸ਼ ਨਹੀਂ ਕਰੇਗੀ ਉਨਾ ਚਿਰ ਤੱਕ ਬਾਣੀ ਦਾ ਪਤਾ ਨਹੀਂ ਲੱਗੇਗਾ। ਬਾਣੀ ਜਦ ਮਨ ਨੂੰ ਸਪਰਸ਼ ਕਰੇਗੀ ਤਾਂ ਪਤਾ ਲੱਗੇਗਾ। ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੈ ਕੇ ਨਹਾਏ ਕਰੀ, ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ, ਤੇਰੇ ਅੰਦਰੋਂ ਬੜੇ ਗੁਣ ਪ੍ਰਗਟ ਹੋਣਗੇ। ਤੇਰੇ ਮਤ ਦੇ ਅੰਦਰ ਜਵਾਹਰ ਮਾਣਕ ਆ, ਬੇਸ਼ੁਮਾਰ ਗੁਣ ਪਏ ਨੇ। ਸਹਿਜ ਦਾ ਗੁਣ, ਸੰਤੋਖ ਦਾ ਗੁਣ, ਗਿਆਨ ਦਾ ਗੁਣ, ਸਬਰ ਦਾ ਗੁਣ, ਮਿੱਠ ਬੋਲਣ ਦਾ ਗੁਣ, ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸਹਿਜ, ਸੰਤੋਖ, ਸ਼ਿੰਗਾਰਿਆ, ਮਿੱਠਾ ਬੋਲਣੀ, ਕਿੰਨੇ ਕੁ ਸਾਰੇ ਗੁਣ ਅੰਦਰ ਪਏ ਨੇ। ਪਰ ਇਹ ਤਾਂ ਪ੍ਰਗਟ ਹੋਣਗੇ ਮਤ ਵਿੱਚ ਰਤਨ। ਜਪੋ ਜੀ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਸਿੱਖਿਆ ਸੁਣੇਗਾ ਸੱਚੇ ਗੁਰੂ ਦੀ, ਇੱਕ ਗੁਰੂ ਦੀ, ਪੂਰੇ ਗੁਰੂ ਦੀ, ਤੇ ਉਹ ਸਿੱਖਿਆ ਕੀ ਹੈ? ਗੁਰਾ। ਜਪੋ ਜਪੋ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਸਭ ਕੁਝ ਵਿਸਰ ਜਾਏ ਪਰ ਸੱਚੇ ਪਾਤਸ਼ਾਹ ਤੂੰ ਨਹੀਂ ਵਿਸਰੇ, ਕਿਉਂਕਿ ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਈ। ਵਿਸਰਨਾ ਆਤਮਕ ਮੌਤ ਹੈ। ਬਾਣੀ ਜਿੰਨਾ ਚਿਰ ਤੱਕ ਅੰਦਰ ਸਪਰਸ਼ ਨਹੀਂ ਕੀਤੀ ਨਾ ਮਨ ਨੂੰ, ਉਹਨਾਂ ਚਿਰ ਤੱਕ ਬਾਣੀ ਦਾ ਪਤਾ ਨਹੀਂ ਲੱਗਦਾ ਬਾਣੀ ਹੈ ਕੀ ਖੇਡ। ਜਿਸ ਦਿਨ ਮਨ ਨੂੰ ਸਪਰਸ਼ ਕਰ ਗਈ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਇਹ ਬਾਣੀ ਦਾ ਤੀਰ ਵੱਜੇਗਾ। ਸ੍ਰੀ ਰਾਗ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਕਹਿੰਦੇ ਕਿਵੇਂ? ਮੈਂ ਵਿੱਚੋਂ ਸ਼ਬਦ ਲੈ ਰਿਹਾ ਕਿਉਂਕਿ ਇਹ ਸ਼ਬਦ ਹੈ, ਅਛਲ ਛਲਾਈ ਨਹ ਛਲੈ, ਮਾਇਆ ਨੂੰ ਕੋਈ ਜਿੱਤ ਨਹੀਂ ਸਕਦਾ। ਨਹਿ ਘਾਓ ਕਟਾਰਾ ਕਰ ਸਕੈ, ਕੋਈ ਇਹਨੂੰ ਕਟਾਰ ਨਾਲ ਵੱਢ ਨਹੀਂ ਸਕਦਾ ਮਾਇਆ ਨੂੰ। ਹਾਂ, ਜੇ ਮਾਇਆ ਨੂੰ ਕਾਬੂ ਕਰਨਾ ਤੇ ਉਹਦੇ ਹੁਕਮ, ਉਹਦੇ ਭਾਣੇ ਵਿੱਚ ਤੁਰਨਾ ਪਏਗਾ। ਤੇ ਉਹ ਬਚਨ ਕੀ ਹੈ? ਜਿਉਂ ਸਾਹਿਬ ਰਾਖੈ ਤਿਉਂ ਰਹੈ। ਜਿਵੇਂ ਉਹ ਰੱਖਦਾ ਵਾਹਿਗੁਰੂ, ਰਹਿ ਲੈ ਤੇ ਤੂੰ ਸਿੱਖ ਬਣ ਜਾਏਗਾ। ਕਿ ਮਹਾਰਾਜ ਸਿੱਖ ਦੀ ਪਰਿਭਾਸ਼ਾ ਹੀ ਇਹ ਹੈ। ਮਹਾਰਾਜ ਕਹਿੰਦੇ ਸਿੱਖ ਹੋਣਾ, ਸ਼ਿਸ਼ਯ ਹੋਣਾ, ਸਿੱਖਣਾ ਇਹ ਬਾਅਦ ਦੀਆਂ ਗੱਲਾਂ ਨੇ। ਸਭ ਤੋਂ ਸਿੱਧਰੀ ਸਿੱਖ ਦੀ ਪਰਿਭਾਸ਼ਾ ਉਹਦੇ ਹੁਕਮ ਵਿੱਚ ਤੁਰ ਪਓ, ਉਹਦੀ ਕਾਰ ਵਿੱਚ ਤੁਰ ਪਓ, ਜਿਹਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ
पाल, ये कूड़ दी पाल किवें टुटे तेरे ते मेरे विचकार। अगला बचन है हुक्म रजाई चलना, नानक लिखिया नाल, ओदी कार दे विच तुर पै। अगला बचन अगला पदा पौड़ी पढ़ो, हुक्मी होवन आकार, नहीं आकार, हाँ जी इवें हुक्मी होवन आकार, हुक्म ना कहा जाई, हुक्मी होवन जी हुक्म मिलै वडियाई। हुक्मी उत्तम नीच हुक्म लिख, दुख सुख पाई। फिर तैनूं पता लगेगा ये दुख ते सुख भी उहदे हुक्म च है, ये उच्चा ते नीवा होना भी उहदे हुक्म विच है, सारी कार उहदे हुक्म विच है। इस करके असल सिख दी परिभाषा ये है, गुर सतगुर का जो सिख अखाए। शुरुआत सिख तो है, पर इस शब्द का अंजाम गुरसिख ते होएगी। सिख सिख बन के आया, गुरु दी चाल चलिया, गुरसिख मीत चलो गुर चाली, जो गुर कहे सोई। इहदे विच सिख दी परिभाषा है। असल सिख वो है जिहड़ा गुरु दे मुख वाल है। गुरसिख मीत चलो गुर चाली, जो गुर कहे सोई भल मानो, हर हर कथा निराली। गुरु इत्थे कथा का भाव है गुरु का हुक्म, निराला हुक्म उन्होंने समझ आ जाए। निराले का मतलब की होंदा है, जिहदा पता ही ना होए, जिहदा कोई कुछ कह ही नहीं सके, जिन्होंने हुणे पढ़िया हर की गत ना को जाने, जिहदा पता ही ना होए, मता करे पच्छम कह ताई पूरब ही ले जात। मैं तो तैयारी करी बैठा सी ये करना है, महाराज कहते तू ये नहीं करना, तू ये करना है। तो बंदा कहे लै ये की गल हुई, तो धक्का किया रब तू मेरे नाल। तो बाणी दसदी है कि सिख बन के आएगा फिर पता लगेगा धक्का नहीं किया, जो तू चाहुंदा है वो नहीं होएगा, जो वाहिगुरू नूं चंगा लगता है अतम उही होएगा। ये सिख की परिभाषा है। फिर सुनो, जो बंदिया तू चाहुंदा है ना वो नहीं होएगा, जो तेरे लिए चंगा है वाहिगुरू वो करनगे। ये है सिख की परिभाषा कि गुर सतगुर का जो सिख अखाए, सु भलके उठ हर नाम ध्यावै। हुण राती भी जिक्र किया सी, भलके का मतलब है अमृत वेला, जिन्हों एक अंग्रेजी का TIME टाइम लफ्ज़ खा गया। भलके तरकाला लौडा वेला, जिन्हों बड़ा सोहना लिखिया एक शायर ने, पंजाबी शायर ने, कहते कि आने वाले समय दे विच जिहड़ी पंजाबी है ना वो इन्नी क थोड़ी रह जाएगी, बस के का उत्थे थले इन्ने क लफ्ज़ सानू साडे बच्चिआं नूं चेते रह जाणगे। एक बच्चा अपने ग्रैंडफादर दे नाल पार्क विच जाके पता की कहेगा, ग्रैंडपा ट्रीज़ तो लीव्स फॉल कर रहे ने। बस ये विच पंजाबी लभ लो किन्नी क रह गई है। ग्रैंडपा ट्रीज़ तो लीव्स फॉल कर रहे ने, तो ते कर रहे ने, इन्नी क पंजाबी माड़ी जी रह जाएगी, बाकी सब असी गवा बैठे हैं। सच्चाई ये है, जे गुरु कोल आउणा है फिर गुरु की बोली बोलनी पएगी। तो गुरु की भाषा मिठ बोलड़ी ये बाणी है। ये कल भी पढ़िया सी, इस करके मैं रोज़ चेते करावांगा जिन्ने दिने कथा है। मोह के बोलन बोलिया जित सुन धरे, कि जिन्हों सुन के वाहिगुरू जी तुसी प्यार करो, फिर ये बोली तो यही है ना, ये बाणी है ना। इस करके गुर सतगुर का जो सिख अखाए, सु भलके उठ हर नाम ध्यावै, उद्यम करे भलके प्रभाती, इशनान करे अमृतसर नावै। एक बार का तुसी अमृतसर वेखदे हो, जिहड़ा धन गुरु रामदास गुरु अर्जुन साहब जी ने तैयार किया, डिठे सभे थाम नहीं तुद जेहा, वो बाहर का अमृतसर है। पर एक महाराज जी की बाणी कहती है, ये देही भी हर मंदिर है, हर मंदिर ये शरीर है, ये भी अमृतसर है। ये अंदर महाराज जी कहते अमृत पिया है। इस देही अंदर पंच चोर वस हैं, काम क्रोध लोभ मोह अहंकारा, अमृत लुट हैं। तेरे देही दे अंदर दे अमृत नूं लुट रहे ने। तू होश विच आ, मनमुख नहीं बुझै, कोई ना सुनै पुकारा, पर तैनू तैनू कोई सोझी नहीं, तू तो सुता पिया है। महाराज कहते शरीर करके जागना कोई जागना नहीं है, असल जागना है मन करके, जिहड़ा मन करके जाग जाए। जिन्हों बाणी कहती क्या सवना क्या जागना,
गुरमुख ते प्रवान जिन्हां सास गिरास ना बीसरै, जिहदे अंदर नित ही प्रभु की बाणी चल पे ना, नित ही सवासां दा सिमरन चल पे, वो जागदा है। वो पूरे पूरे पुरख प्रधान क्या महाराज जी ने। तो जप बाणी च तुसीं पढ़दे हो, असल प्रवान ते प्रधान कौन ने? पढ़ो जी, पंच प्रवान पंच प्रधान। ये पंच लफ्ज़ कित्थों आया समझदे हो? ये पंचायत तो आया। जद पिंड दे मोहतबार पंज सज्जणा नूं इकट्ठा करके ते एक पंचायत बनाई जाती है पंजां दी, कि जे बई एक बंदे तो फैसला लै लिया जाए तो हो सकता है धक्का हो जाए, पर जे पंज सियाणे बंदे बिठाते जान वो मोढी ने, तो उन्हां पंजां दे उत्ते फिर एक सरपंच होंदा है, वो सारियां दे फैसलियां नूं प्रवानगी दिंदा है कि हाँ ये ठीक है। इसी तरह जिहड़ा गुरु दे शब्द दे विच जुड़ जाता है ना, महाराज कहंदे उहदा मन पंच बन जाता है, उहदा मन पूर्ण तौर ते सिखर ते वड्डा हो जाता है, कि दुनिया दे लोग ते गफलत विच जिउंदे ने, उहदा मन जाग जाता है। वो कदी झूठ नहीं बोलता, वो कदी माड़े पासे नहीं तुरदा। इनू क्या? पंच प्रवान पंच प्रधान। जपो जी, पंचे पावे हैं दरगह मान। फिर रब की दरगाह च उन्होंने मान मिलता है। दुनिया के लोग झूठे चापलूसियां लोगों दियां उस्ततां विच पै जांदे ने, पर याद रखियो, दुनिया के लोगों दियां उस्ततां करोगे तो मूँह काले होणगे, निराशता मिलेगी। इत्थे दुनिया के लोगों की तूती बजाओगे तो महाराज कहते गफलत का शिकार होवोगे, पर पार ब्रह्म परमेश्वर की उस्तत करोगे इत्थे भी, तो प्रभु की दरगाह दे विच भी सच्ची इज्जत के पात्र बनोगे। दुनिया के लोगों की इज्जत कीतियां महाराज कहते सरदा नहीं कुछ। इज्जत का मतलब ये नहीं कि असीं सत्कार ना करिए, पर चापलूसियां करनियां, उन्हां दियां तूतियां वजाणियां। महाराज कहते नहीं, बंदे का बंदा नहीं, साहिब का बंदा बन, रब दा हो, तो हो जाएगा। फिर सारे जपो, पंच प्रवान पंच प्रधान, पंचे पावे पंचे सोह है दर राजान, पंचां का गुर एक। ध्यान अंदर एक वाहिगुरू दा हुंदा है। इस करके सिख की परिभाषा की है? असीं कहिए जी मैं सिख हाँ, मैं सिख हाँ। बई गुरु ग्रंथ साहब तो पूछिए कौन सिख है? गल तो यह है ना कि असी गुरु ग्रंथ साहब जी की कसवट्टी ते अपनाई कहण नूं ते हर कोई इत्थे ते भेख ही बड़े ने। बाणी भी तो कहती है गली जिना जप मालियां। भगत कबीर जी ने बनारस की धरती ते कहता सी, जिहड़े अपने आप नूं दावा करके हम ब्राह्मण हम ब्राह्मण हम पंडित, ते भगत कबीर जी कहते असल ते ब्राह्मण अंदरों होंदा है बंदा, ब्रह्म की पछाण करने वाला। ये थोड़ी कि बाहरों कोई भेख करके आख दे गली जिना जप मालियां लोटे हथ निभग, वो हर के संत ना आखियां बनारस के ठग। ठग क्या है? कबीर साहब ने एवें रोला पाउण नाल कोई सिख असिख नहीं। गुरु की कसवट्टी में 3 उदाहरण लए ने। पहला उदाहरण बाणी विचों लिया कि सो सिख सखा बंदप है भाई। दूसरा उदाहरण लिया गुरसिख मीत चलो गुर चाली, सिख की परिभाषा। ते तीसरा गुरु रामदास जी का बचन कि गुर सतगुर का जो सब पढ़ो, सारे पढ़ो, सिख अखाए सुभल के उठ हर। पहली शर्त यह है कि गुरु के सिखा तू वेला साम रहा कि नहीं साम रहा। कल भी जिक्र किया सी अमृत वेला सच नाउ वडियाई। सिख की सब तो पहली नित की करनी है भाई, बाकी गल्लां बाद च, बाकी बाद च सारा जीवन का कर्म धर्म सब बाद है। पहला सब तो पहला गुरु रामदास जी कहते सिख की पहली करनी है सुभलके उठ हर नाम ध्यावै, फिर उद्यम करे भलके प्रभाती इशनान करे अमृतसर नावै। प्रभात भी आख्या तो भलके भी आख्या, दोनों वेले आख दिते। ते प्रभात सब नूं पता है, नित उठ गावो प्रभ की बाणी, सवेर भी ते शाम भी। उद्यम करे भलके प्रभाती इशनान करे अमृतसर नहावै। अमृतसर नहावे का मतलब की है? अंदर सिमरन करके अपने मन नूं खोजना, अपने आप नूं देखना। तो ये देखना कल्ले बाहर के पाठां नाल नहीं होंदा। मैं हथ जोड़ के खिमा मंग ला कि असी कल्ले कहिए जी नहीं सवेरे उठ के बाणी भी पढ़ ली, पर गुरु रामदास जी ने अगे कसवट्टी भी रखी है
ਕੱਲੀ ਬਾਣੀ ਪੜਨ ਦੇ ਨਾਲ ਨਹੀਂ, ਆਪਣੇ ਮਨ ਨੂੰ ਬਾਣੀ ਦੇ ਸਰੋਵਰ 'ਚ ਇਸ਼ਨਾਨ ਕਰਾਇਆ ਕਿ ਨਹੀਂ ਕਰਾਇਆ? ਜੇ ਨਹੀਂ ਕਰਾਇਆ ਤੇ ਫਿਰ ਸਿੱਖ ਨਹੀਂ। ਇਸ਼ਨਾਨ ਕਰੇ ਭਲਕੇ ਪ੍ਰਭਾਤੀ, ਇਹ ਆਖਿਆ ਨਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੋਖ ਲਹਿ ਜਾਵੈ। ਕਿ ਅੰਦਰੋਂ ਕਿਲਬਿਖ ਕੱਟੇ ਨੇ, ਅੰਦਰ ਦੇ ਪਾਪ ਕੱਟਣੇ ਸ਼ੁਰੂ ਹੋਏ ਨੇ। ਜੇ ਨਹੀਂ ਹੋਏ ਫਿਰ ਅੱਜ ਦਾ ਬਚਨ ਸੁਣ ਲਿਓ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਹਉਮੈ ਨਹੀਂ ਖਤਮ ਹੋਈ। ਇਹਨੂੰ ਹੀ ਕਬੀਰ ਸਾਹਿਬ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼। ਜਪੋ, ਬੰਦੇ ਖੋਜ ਦਿਲ ਹਰ ਰੋਜ਼। ਰੋਜ਼ ਦੀ ਪੜਤਾਲ ਕਰ, ਦੋਨੋਂ ਵੇਲੇ, ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਵੀ, ਕਿ ਆਪਣੇ ਮਨ ਨੂੰ ਖੋਜ। ਇਹ ਮਨ ਦਾ ਖੋਜਣਾ ਹੀ ਮਨ ਦਾ ਇਸ਼ਨਾਨ ਹੈ। ਕਿ ਮਨ ਸਮਝਾਵਨ ਕਾਰਨ ਹੈ ਕਛੁਕ ਪੜੀਐ ਗਿਆਨ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇਰੇ ਅੰਦਰ ਦੀਆਂ ਚਿੰਤਾਵਾਂ, ਤੇਰੇ ਅੰਦਰ ਦੇ ਵਿਕਾਰ, ਤੇਰੇ ਅੰਦਰ ਦੇ ਪਾਪ, ਤੇਰੇ ਅੰਦਰ ਦੀ ਗਫਲਤ ਸਭ ਖਤਮ ਹੋਏਗੀ। ਇਹ ਜੋ ਦੁਨੀਆ ਸਹਿਰ ਨਹੀਂ, ਸਿਹਰ। ਸੱਸੇ ਨੂੰ ਸਿਹਾਰੀ ਪੜੋ ਤੇ ਹਾਹਾ ਤੇ ਰਾਰਾ। ਜੇ ਸਹਿਰ ਪੜਾਂਗੇ ਤੇ ਹਾਹੇ ਨੂੰ ਸਿਹਾਰੀ ਬਣ ਜਾਏਗੀ। ਸ਼ਹਿਰ ਦਾ ਮਤਲਬ ਬਣੇਗਾ ਸ਼ਹਿਰ, ਗਾਉਂ, ਗ੍ਰਾਮ, ਇਹ ਸਿਟੀ। ਪਰ ਸਿਹਰ ਦਾ ਮਤਲਬ ਹੈ ਜਾਦੂਗਰੀ। ਫਾਰਸੀ ਲਫ਼ਜ਼ ਹੈ, ਜਾਦੂਗਰ ਨੂੰ ਸਿਹਰ ਆਖਿਆ ਗਿਆ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਇੱਥੇ ਕੋਈ ਬਾਂਹ ਫੜਨ ਵਾਲਾ ਨਹੀਂ ਹੈ, ਤੇ ਇੱਕੋ ਇੱਕ ਬਾਂਹ ਫੜਨ ਵਾਲਾ ਹੈ, ਉਹਨੂੰ ਅਸੀਂ ਛੋੜੀ ਬੈਠੇ ਹਾਂ। ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਓ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਜਪੋ ਜੀ, ਸਭ ਕਿਛ ਆਪਣਾ, ਉਹ ਪਰਾਇਆ ਕਰ ਦਿੱਤਾ ਜਿਹੜਾ ਆਪਣਾ ਹੋਣਾ ਚਾਹੀਦਾ ਸੀ। ਬਾਕੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿੰਨਾ ਕੁਝ ਤੂੰ ਆਪਣਾ ਸਮਝੀ ਬੈਠਾ ਹੈ ਨਾ, ਇਹ ਆਪਣਾ ਹੈ ਨਹੀਂ। ਸਭ ਤੋਂ ਪਹਿਲੀ ਗੱਲ, ਜਿਹੜਾ ਸਰੀਰ ਤੂੰ ਲਈ ਫਿਰਦਾ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਤੇ ਮਹਾਰਾਜ ਕਹਿੰਦੇ ਇਹ ਵੀ ਨਾਲ ਨਹੀਂ ਨਿਭਣ ਵਾਲੀ। ਨਾ ਬਚਪਨ ਸਦਾ ਤੇਰੇ ਨਾਲ ਰਹਿਣਾ, ਨਾ ਜਵਾਨੀ ਤੇ ਨਾ ਫਿਰ ਬੁਢੇਪਾ। ਇਹ ਤਿੰਨੋਂ ਹੀ ਲੰਘਦੀਆਂ ਜਾਣਗੀਆਂ। ਤੇ ਇੱਕ ਕੰਮ ਕਰ। ਕੀ ਕੰਮ ਕਰਾਂ? ਭਗਤ ਕਬੀਰ ਜੀ ਦਾ ਇसी ਬਚਨ ਵਿੱਚੋਂ ਇਹ ਕਿਉਂਕਿ ਵਿੱਚੋਂ ਮੈਂ ਲੈ ਰਿਹਾ, ਵੈਸੇ ਸ਼ਬਦ ਬੜਾ ਕੀਮਤੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਬਾਂਹ ਫੜਨ ਵਾਲਾ ਨਹੀਂ ਹੈ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਖਾਏ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ, ਕਿੱਥੇ ਬਾਹਰ ਖੋਜਣ ਲੱਭਾ। ਹੁਣੇ ਭਾਈ ਸਾਹਿਬ ਜੀ ਨੇ ਕੀਰਤਨ ਸਰਵਣ ਕਰਾਇਆ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ, ਸਾਚ ਕਹੂੰ ਸੁਣ ਲੇਹੋ ਸਬੈ ਜਿਨ ਪ੍ਰੇਮ ਕੀਓ। ਉਹ ਤੇ ਅੰਦਰ ਦੇ ਪ੍ਰੇਮ ਵਿੱਚੋਂ ਮਿਲਣਾ ਭਾਈ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ। ਕੋਈ ਜਗਨਨਾਥਪੁਰੀ, ਅਵਾਚੀ ਦਿਸ਼ਾ ਕਹਿੰਦੇ ਜਗਨਨਾਥਪੁਰੀ। ਕੋਈ ਪੱਛਮ ਵੱਲ ਤੁਰਿਆ ਹੋਇਆ, ਕੋਈ ਪੂਰਬ ਵੱਲ ਸਿਰ ਝੁਕਾਉਂਦਾ ਫਿਰਦਾ। ਕੋਈ ਕਹਿੰਦਾ ਜੀ ਪੱਛਮ ਵੱਲ ਰੱਬ ਹੈ, ਤੇ ਕੋਈ ਕਹਿੰਦਾ ਪੂਰਬ ਵੱਲ ਖੁਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦੋਨੋਂ ਕੂੜ ਨੇ। ਗੁਰਬਾਣੀ ਕਹਿੰਦੀ ਦੋਨੋਂ ਕੂੜ ਨੇ। ਕਾਹੂ ਲਖਿਓ ਹਰ ਵਾਚੀ ਦਿਸ਼ਾ में, काहू पछा को शीस निवायो। को बुतान को पूजत है पश, को मृतांग को पूजन धायो। जपो जी कूर किरिया और जो सब ही जग श्री भगवान को। भेद ते पता ही नहीं लग्या है किथे ते किथे सी। काहे रे बन खोजन जाई, सर्ब निवासी सदा अलेपा, तो ही संग समाई। ਉਹ ਤੇ ਅੰਦਰੋਂ ਲੱਭਣਾ ਸੀ। ਇਸ਼ਨਾਨ ਤੇ ਅੰਦਰ ਦਾ ਕਰਨਾ ਸੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਜਪੋ ਜੀ, ਸ਼ਬਦ ਵਿਚਾਰ ਜਪੋ। ਤੀਰਥ ਜੋ ਇਹ ਹੋ ਰਿਹਾ ਨਾ, ਇਹਨੂੰ ਮਹਾਰਾਜ ਤੀਰਥ ਕਹਿੰਦੇ ਆ। ਸ਼ਬਦ ਨੂੰ ਖੋਲਣਾ, ਸ਼ਬਦ ਨੂੰ ਸਮਝਣਾ, ਸ਼ਬਦ ਦੇ ਅਰਥ ਕਰਨਾ, ਮਹਾਰਾਜ ਕਹਿੰਦੇ ਮਨ ਦਾ ਤੀਰਥ ਹੈ। ਇੱਥੋਂ ਮਨ ਦੀ ਮੈਲ ਝੜਨੀ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਇਹ ਵੀ ਕਹਿੰਦੇ ਆ, ਇਹ ਵੀ ਕਹਿੰਦੇ ਆ, ਇਵੇਂ ਵੀ ਕਰਨਾ ਹੈ, ਇਵੇਂ ਨਹੀਂ ਕਰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਖ ਪਾਪ ਦੋਖ ਲਹਿ ਜਾਵੈ।
फिर क्या सिख की परिभाषा च, फिर चढ़ै दिवस जपो जी, फिर चढ़ै दिवस गुरबाणी गावै, फिर चढ़ै दिवस। ये ना कोई गंदन वैन गान लग जी तू दिन रात, होश करी, खबरदार हुई, सावधान एकाग्र चित हुई। सिख होना है, फिर गुरु रामदास का यह वचन पूर्ण कमाना पेगा। नहीं जी अद्धा लै लिया अद्धा छड़ दिता, वो भलिया अद्धा सच ते झूठ तो भी खतरनाक होता है। आधी गल लै ली तो अद्धी छड़ती, फिर अधूरा रह जाएगा, पूरे की गल नहीं होएगी, पूरा पूरा रहना पएगा। पूरे का किया सब किछ पूरा, घट वध किछ ना ही, अधूरा नहीं। फिर चढ़ै दिवस जपो, फिर चढ़ै दिवस गुरबाणी गावै, ते गाली गुरबाणी खैड़ा छुट गया, हुण बस रखता गुटका। वो भलिया नहीं, बहिंदियां उठदियां हर नाम ध्यावै, फिर सारा दिन उठत सुखिया बैठत सुखिया, भौ नहीं लागै जां ऐसे बुझिया, राखा एक हमारा स्वामी सगल घटाका, अंतरजामी सोए अचिंता जाग अचिंता। किड्डी क वड्डी बख्शिश देती। सिख होना सच्ची मुची अलूनी सिल चटना है। पर जे कोई कहे मैं सिख हो गया, देखो इस गल नूं समझियो, कोई कहे ना मैं सिख गया, महाराज कहंदे वो सिख गया, ते जेड़ा कहंदा मैं सिख रहा, महाराज कहंदे उही सिख रहा है। फिर समझियो ये बड़ी कमाल की गल दास अक्सर कहंदा, जेड़ा कहंदा ना मैं सिख गया, महाराज कहंदे फिर ते तू गया, फिर चुक गया, क्योंकि अपने आखियां सिख नहीं होया जा सकता। सिख की घालना जे गुरु रखे तो तां सिख हो सकता है। जे गुरु की काल गुरु के भाणे विच होए ना कार, तां सिख है, अपने क्या कोई सिख नहीं हो सकता। इस करके क्योंकि अलूनी सिल चटनी है, रोड़ा की गुरकरी विछाए दा मार्ग है। आनंद साहब च पढ़ते हो ना, भगतां की चाल निराली, जपो जी चाला निराली, भगतां केरी बिखम। ये मार्ग बिखम है, ये अपनी हुज्जत नाल नहीं। अगली तुक पढ़ लियो गुरु अमरदास जी, लब लोभ अहंकार तज तृष्णा बहुत नाही, ये झखण गंदन वैन भी खत्म करने पैंदे आ। बोलन वास्ते तो सिर्फ मिठी बात होंदी है गुरबाणी वाली। खन्यो तिखी जपो जपो, ये तो सब नूं आउंदी है बाणी भाई। ये जे इत्थे नहीं जपांगे तो फिर कित्थे जपांगे। करो रसना पवित्र मन भी टिके। इनू ही महाराज जी कहते हैं कि इस मार्ग ते तुरना खन्यो तिखी वालों एत मार्ग जाना। तो किवें जाना पेगा, गुर प्रसादी जिने आप तजिया। जे कोई कहे मैं हाँ, महाराज कहते आप ते तू तजिया नहीं, फिर कादा सिख है। आप तजना सब तो करड़ी घालना है, ते आप तज के जे कोई गुरु की मत लैंदा ते फिर वो कहता कि गुरु रखदा है, गुरु रखण वाला है, मैं थोड़ी रह सकदा। ये है गुर प्रसादी जिनी आप तजिया हर वासना। अंदर की वासना नूं काबू किया जा सकता है गुरु के शब्द नाल। कह नानक चाल भगतां जुगो जुग निराली। फिर अगला बचन भी पढ़ लो नाल ही, महाराज ने अगला पदा भी रखता, कोई सिख आप हुज्जत नाल तुर सकता है। फिर महाराज ने कहता ज्यों तू चलाए तिव चला स्वामी, होर क्या जाना गुण तेरे। जिव तू चलाहे तिवह चलै जिना मार्ग पावे। कर कृपा जिन नाम लाए से हर हर सदा त्यावे। जिस नो कथा सुनावह अपनी से गुरुद्वारे सुख पावे। गुरु दे राही, गुरुद्वारे का मतलब गुरु दे राही मैं सिख हाँ। जे गुरु नहीं तो फिर सिख थोड़ी है। गुरु विसरिया होए, गुरु चेता ना होए, फिर कोई कहे मैं सिख हाँ, नहीं नहीं, मैनू खिमा बख्शियो। बाणी दे बचन दे विच रहिंदे हाँ। उपदेश गुरु हर हर जप जापै, सब किल बिख पाप दोख लह जावै। फिर चढ़ै दिवस जपो, फिर चढ़ै दिवस गुरबाणी गावै। बहिंदियां उठदियां हर नाम ध्यावै। जो सास गिरास ध्याए मेरा हर हर सो गुरसिख। पहला सिख सी, हुण गुरसिख बन गया। शुरुआत सिख तो हुई, पर जे इस मार्ग ते तुरिया सिख तू होएगा। इत्थे ते सिख बड़े ने, इत्थे ते बड़े ही सिख। दाता ओह ना मंगीए फिर मंगण जाइए। कच्चियां गुरुआं नूं भी पूजण वाले कहण वाले जी मैं फलाणे दा सिख हाँ, मैं फलाणे दा। पर सच्चे गुरु दा सिख कोई विरला है,
कोई विरला है, वो है जिहड़ा गुरु शब्द दे विच जुड़िया। वो गुरु जिहड़ा सदा ही जागत जोत है। इस धरती ते कच्चे गुरु, देहधारी गुरु, वो आणगे आके चले जाणगे। बंदा कहंदा मेरा गुरु ये कहंदा है, देहधारी ते कल नूं कहेगा मेरा गुरु कहंदा सी, क्योंकि हुण नहीं है। पर गुरु ग्रंथ साहब जी जुगो जुग अटल ने, पहलां भी कहंदे ने, हुण भी कहंदे ने, ते रहिंदी धरती तक भी सिख कहेगा गुरु साहब कहंदे ने, क्योंकि जाण वाले नहीं हैगे, जुगो जुग अटल ने। इनू गुरसिੱਖੀ क्या है? जपो जी। फिर चढ़ै दिवस गुरबाणी गावै, बहिंदियां उठदियां हर नाम ध्यावै। ते केड़ा नाम? वाहिगुरु गुर शब्द सुनाया। सब तो सौखा है वाहिगुरु जपना, सब तो सौखा। ਸਵਾਸਾਂ ਦੇ ਨਾਲ ਵੀ ਸਭ ਤੋਂ ਸੌਖਾ ਵਾਹਿਗੁਰੂ ਚੱਲਦਾ। ਦਿਲ ਦੀ ਧੜਕਣ ਨਾਲ ਵੀ ਵਾਹਿਗੁਰੂ ਸਭ ਤੋਂ ਸੌਖਾ ਚੱਲਦਾ। ਬਹਿੰਦਿਆਂ ਉੱਠਦਿਆਂ ਵੀ ਵਾਹਿਗੁਰੂ ਸਭ ਤੋਂ ਸੌਖਾ ਚੇਤੇ ਕੀਤਾ ਜਾਂਦਾ। ਸੱਜਾ ਪੈਰ ਰੱਖੋ ਵਾਹੇ, ਖੱਬਾ ਰੱਖੋ ਗੁਰੂ। ਤੁਰਦਿਆਂ ਫਿਰਦਿਆਂ ਵੀ ਵਾਹਿਗੁਰੂ ਸਭ ਤੋਂ ਸੌਖਾ ਹੈ। ਭਾਈ ਗੁਰਦਾਸ ਕਹਿੰਦੇ ਕਿ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੇ ਸੁਣਾਇਆ। ਗੁਰੂ ਨਾਨਕ ਸਾਹਿਬ ਲੈ ਕੇ ਆਏ, ਸਤ ਰੂਪ ਸਤ ਨਾਮ ਕਰ, ਸਤਿਗੁਰੂ ਨਾਨਕ ਦਿਓ ਦ੍ਰਿੜਾਇਆ। ਧਰਮਸਾਲ ਕਰਤਾਰਪੁਰ ਕਹਿੰਦੇ ਕੀ ਕੀਤਾ? ਕਹਿੰਦੇ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਗੁਰੂ ਸਾਹਿਬ ਨੇ ਸੁਣਾਇਆ, ਬੋਲਿਆ। ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਆਪ ਜਪਿਆ। ਕਰੋ ਜੀ ਅੱਖਾਂ ਬੰਦ, ਕਰੋ ਸਾਵਧਾਨ, ਇਕਾਗਰ ਚਿੱਤ ਚੋਕੜਾ ਮਾਰੋ, ਸਾਰੇ ਜਪੋ ਵਾਹਿਗੁਰੂ ਵਾਹਿਗੁਰੂ। ਕਰੋ ਅੱਖਾਂ ਬੰਦ, ਸਾਰੇ ਜਪੋ ਵਾਹਿਗੁਰੂ ਵਾਹਿਗੁਰੂ वाहिगुरु। सारे जपो जी वाहिगुरु 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 वाहिगुरु। जपो जपो वाहिगुरु 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 वाहिगुरु। वाह वाह। वाहिगुरु वाहिगुरु वाहिगुरु। आ कारज करना है। गुरु रामदास जी कहते भलिया ये कर लेगा ना दिन रात, देखी तेरा मन पवित्र होने लग जाएगा। बाणी कहती रंग लागत 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 है, लगेगा। बहिंदियां उठदियां नाम ध्यावै, जो सास गिरास एक साह लेंदियां ते एक गिरा मूँह ते बुरकी पाउंदियां भोजन छकदियां। ये दो वेले तू रब नूं जरूर चेते करी। जो सास गिरास ध्याए मेरा हर हर, सो गुरसिख गुरु मन भावै। वो गुरसिख गुरु नूं प्यारा लगन लग जांदा है। ये सिख की परिभाषा है। इत्थों शुरुआत है सिੱਖੀ की, इत्थों पहला। और जेड़ा गुरु के शब्द विच जुड़ जाता है ना, उन्होंने फिर गुरु की शब्द की, गुरु की बाणी की सोझी पता लगती है। क्यों? गुरु कला दे रूप नहीं, गुरु शब्द रूप है, सदा नाल है। गुर अमृत भिन्नी देहरी, अमृत बुरके राम राजे। गुरु दे, गुरु ग्रंथ साहब जी प्रतख गुरां की दे है। तो गुरु ग्रंथ साहब विच सदा ही अमृत की वर्खा हो रही है। जे शरीरिक गुरु को जाएगा तो मैल भी आएगी, तैनू मुश्क भी आएगी, पर गुरु ग्रंथ साहब को सदा ही आनंद है, सदा ही खुशबू है। गुर अमृत भिन्नी देहरी, अमृत बुरके राम राजे। जिन्ना गुरबाणी मन भाईया, अमृत छक छके। ये अमृत छकेगा तू, अमृत लेंगा तू गुरबाणी का, ये गुरबाणी का रस लेंगा तू। तो इनू महाराज जी कहते जे तू बाहर का इशनान करन तुरिया फिर प्रवानगी नहीं। सुनो किहड़े किहड़े इशनान ने गुरु ग्रंथ साहब च। पहला इशनान तन का आख्या, जिन्हों 68 तीरथ आखे ने इस धरती दे। ते भगत कबीर जी कहते हैं पूजो राम एक ही देवा, साचा नावण गुर की सेवा। आओ दुनिया के लोगों मैं दसा असल नहाउणा की है। सच्चे गुरु की सेवा, सच्चे गुरु का हुक्म कमा लो, तुहाडा नहाउणा प्रवान है। ये सच्चा नहाउणा है। जल के मज्जन जे गत होवै
ਨਿਤ ਨਿਤ ਮੇਢਕ ਨਹਾਵੈ। ਕਹਿੰਦੇ ਜੇ ਪਾਣੀ ਵਿੱਚ ਨਹਾਉਣ ਨਾਲ ਕਿਸੇ ਦਾ ਪਾਰ ਉਤਾਰਾ ਹੁੰਦਾ ਤੇ ਇੱਥੇ ਤੇ ਮੈਡਕ ਮੱਛੀਆਂ ਨਿਤ ਹੀ ਪਾਣੀ ਵਿੱਚ ਨਹਾਉਂਦੀਆਂ ਨੇ, ਤੇ ਫਿਰ ਉਹ ਤੇ ਬ੍ਰਹਮ ਗਿਆਨੀ ਨਹੀਂ ਹੋਏ ਮੈਡਕ, ਉਹ ਤੇ ਪਾਣੀ ਵਿੱਚ ਸਦਾ ਹੀ ਰਹਿੰਦੇ ਨੇ, ਤੇ ਪਾਣੀ ਵਿੱਚ ਰਹਿ ਕੇ ਤੇ ਪਾਣੀ ਦਾ ਜਾਲਾ ਖਾਉਂਦੇ ਨੇ, ਜਾਲ ਖਾਉਂਦੇ ਨੇ, ਮੈਲ ਖਾਉਂਦੇ ਨੇ। ਮਹਾਰਾਜ ਜੀ ਕਹਿੰਦੇ ਜੇ ਮੈਡਕ ਮੱਛੀਆਂ ਸੱਪ ਪਾਣੀ ਵਿੱਚ ਰਹਿ ਕੇ ਜਿਹਦੇ ਵਿੱਚ ਤੂੰ ਇਸ਼ਨਾਨ ਕਰਨ ਤੁਰਿਆ ਉਹ ਬ੍ਰਹਮ ਗਿਆਨੀ ਨਹੀਂ ਬਣੇ, ਤੇ ਤੇਰੇ ਸਰੀਰ ਦਾ ਇਸ਼ਨਾਨ ਤੈਨੂੰ ਬ੍ਰਹਮ ਗਿਆਨੀ ਬਣਾ ਸਕਦਾ, ਤੈਨੂੰ ਸਿੱਖ ਬਣਾ ਸਕਦਾ? ਨਹੀਂ ਬਣਾ ਸਕਦਾ। ਜਲ ਕੈ ਮੱਜਨ ਜੇ ਗਤ ਹੋਵੈ ਨਿਤ ਨਿਤ ਮੇਢਕ ਨਹਾਵੈ, ਜੈਸੇ ਮੇਢਕ ਤੈਸੇ ਉਹ ਨਰ ਫਿਰ ਜੋਨੀ ਆਵੈ। ਫਿਰ ਤੂੰ ਦੁੱਖਾਂ ਦੇ ਵਿੱਚ ਪਿਆ। ਇਹਨੂੰ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿੱਥੇ ਤੁਰਿਆ ਸਿੱਖਾ, ਆ ਕਿੱਥੇ ਮਨ ਦਾ ਇਸ਼ਨਾਨ ਕਰ ਲੈ, ਗੁਰੂ ਦੇ ਸ਼ਬਦ ਦਾ ਇਸ਼ਨਾਨ ਕਰ ਲੈ। ਤੇ ਇਹ ਸ਼ਬਦ ਜਿਸ ਤਰ੍ਹਾਂ ਬਾਹਰ ਪਾਣੀ ਦੇ ਇਸ਼ਨਾਨ ਨਾਲ ਪਿੰਡਾ ਸਾਫ਼ ਹੁੰਦਾ ਹੈ, ਇਸ ਤਰ੍ਹਾਂ ਗੁਰੂ ਦੇ ਅੰਮ੍ਰਿਤ ਦੇ ਨਾਲ ਮਨ ਸਾਫ਼ ਹੋਣਾ ਹੈ, ਤੇਰਾ ਮਨ ਦਾ ਇਸ਼ਨਾਨ ਹੋਣਾ ਹੈ, ਮਨ ਤ੍ਰਿਪਤ ਹੋਣਾ ਹੈ। ਇਹਨੂੰ ਸੱਚੇ ਪਾਤਸ਼ਾਹ ਜੀ ਦਾ ਬਚਨ ਦੇਖੋ ਬੜਾ ਕੀਮਤੀ ਹੈ, ਕਬੀਰ ਸਾਹਿਬ ਦਾ। ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਅੱਗੇ ਜ਼ਿਕਰ ਕੀਤਾ ਦਿਨਸ ਨਾ ਰੈਣ, ਵੇਦ ਨਹੀਂ ਸ਼ਾਸਤਰ, ਤਾਹਾਂ ਬਸੈ ਨਿਰੰਕਾਰਾ। ਮੈਂ ਵਿੱਚੋਂ ਲਿਆ ਭਾਵੇਂ ਕਿ ਪੂਰਾ ਸ਼ਬਦ ਇਹ ਵੀ ਚੱਲਦਾ ਕਿ ਮਨੋ ਕਠੋਰ ਮਰੈ ਬਨਾਰਸ, ਜਿਹੜਾ ਕਹਿੰਦਾ ਨਾ ਕਾਂਸ਼ੀ ਪਵਿੱਤਰ ਥਾਂ ਹੈ। ਖਿਮਾ ਬਖਸ਼ਿਓ ਮੈਨੂੰ ਇਸ ਗੱਲ ਨੂੰ, ਬਾਣੀ ਦੇ ਇਸ ਸ਼ਬਦ ਨੂੰ ਕਪਾਟ ਖੋਲਣ ਵਾਲੀ ਅਵਸਥਾ ਤੋਂ ਸੁਣਿਓ। ਇਸ ਧਰਤੀ ਦੇ 68 ਤੀਰਥ ਤੁਹਾਡਾ ਉਨਾ ਚਿਰ ਤੱਕ ਨਹੀਂ ਸਵਾਰ ਸਕਦੇ ਜਿੰਨਾ ਚਿਰ ਤੱਕ ਤੁਸੀਂ ਗੁਰੂ ਦੇ ਭਾਣੇ ਵਿੱਚ ਨਹੀਂ ਆਏ, ਸੱਚੇ ਗੁਰੂ ਦਾ ਹੁਕਮ ਨਹੀਂ ਮੰਨਿਆ। ਸੱਚੇ ਗੁਰੂ ਦਾ ਹੁਕਮ ਮੰਨ ਲਿਆ ਤੇ ਸੱਚੇ ਗੁਰੂ ਨੇ ਭਿਖਾਰੀ ਨੂੰ ਵੀ ਪਾਤਸ਼ਾਹੀਆਂ ਦੇ ਦੇਣੀਆਂ। ਇੱਥੇ ਮੰਗਤਾ ਵੀ ਜਿਹੜਾ ਆਉਂਦਾ ਨਾ, ਗੁਰੂ ਸਾਹਿਬ ਬੜੀਆਂ ਬਖਸ਼ਿਸ਼ਾਂ ਦਿੰਦੇ ਨੇ, ਤੇ ਜੇ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਫਿਰ ਵੱਡੇ ਵੱਡੇ ਨੂੰ ਸਤਿਗੁਰੂ ਜੀ ਕਹਿੰਦੇ ਆ ਫਿਰ ਰੱਬ ਯਾਦ ਕਰ ਲੈ। ਪੈਂਦੇ ਖਾਂ ਵਰਗਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਵਾਰ ਕਰਨ ਆਇਆ, ਪਾਲਿਆ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਤੋਂ ਪਲਿਆ। ਅਹੰਕਾਰ ਆ ਗਿਆ ਜੀ, ਮੈਂ ਬਲੀ ਸੂਰਮਾ, ਗੁਰੂ ਕੌਣ ਹੁੰਦਾ ਹੈ? ਆਇਆ ਵਾਰ ਕਰਨ। ਮਹਾਰਾਜ ਕਹਿੰਦੇ ਵੇ ਪੈਂਦੇ ਆ ਹੈ ਤੇ ਆਪਣਾ ਹੀ, ਚੱਲ ਕਰ ਖਾਂ, ਤੂੰ ਪਹਿਲਾਂ ਵਾਰ ਕਰ ਲੈ, ਦੇਖੀਏ ਕਿਹੋ ਜਿਹਾ ਸਿਖਾਇਆ ਤੈਨੂੰ, ਸਿੱਖਿਆ ਕਿ ਨਹੀਂ। ਪਹਿਲਾ ਵਾਰ ਕੀਤਾ, ਖਾਲੀ ਗਿਆ। ਹੁਣ ਨੇਮ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਨੇ ਵਾਰ ਕਰਨਾ। ਕੱਲ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਵਣਾ ਸੀ, ਤੇ ਦੂਜਾ ਵਾਰ ਕਹਿੰਦਾ ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਚੱਲ ਤੂੰ ਪਹਿਲਾ ਖਾਲੀ ਗਿਆ, ਦੂਜਾ ਵੀ ਤੂੰ ਕਰ ਲੈ। ਫਿਰ ਦੂਜਾ ਵੀ ਖਾਲੀ ਗਿਆ, ਤੇ ਹੁਣ ਉਹਨੂੰ ਉਡੀਕ ਸੀ, ਹੁਣ ਗੁਰੂ ਹਰਗੋਬਿੰਦ ਸਾਹਿਬ ਕਰਨਗੇ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੇ ਪੈਂਦੇ ਆ ਤੇਰੇ 2 ਖਾਲੀ ਗਏ ਨੇ, ਚੱਲ ਇੱਕ ਆਖਰੀ ਵਾਰ ਹੋਰ ਕਰ ਲੈ। ਤੀਜਾ ਵਾਰ ਕੀਤਾ, ਤੀਜਾ ਖਾਲੀ ਗਿਆ। ਮਹਾਰਾਜ ਜੀ ਨੇ ਇੱਕੋ ਵਾਰ ਕੀਤਾ, ਸਿਰ ਖੁੱਲ ਕੇ ਉਹ ਜ਼ਮੀਨ ਤੇ ਡਿੱਗਿਆ। ਮਹਾਰਾਜ ਕਹਿੰਦੇ ਪੈਂਦੇ ਆ ਇਉਂ ਨਹੀਂ, ਇਉਂ ਵਾਰ ਕਰੀਦਾ। ਕਹਿੰਦਾ ਹਾਏ ਮਾਂ। ਮਹਾਰਾਜ ਕਹਿੰਦੇ ਹੁਣ ਮਾਂ ਨਹੀਂ, ਅੱਲਾ ਚੇਤੇ ਕਰ। ਹੁਣ ਕਲਮਾ ਪੜ੍ਹ ਖੁਦਾ ਦੀਆਂ, ਰੱਬ ਤੈਨੂੰ ਚੇਤੇ ਨਹੀਂ ਆਇਆ। ਗੁਰੂ ਸਨਮੁਖ ਸੀ ਤੇ ਗੁਰੂ ਦੀ ਸੋਝੀ ਨਹੀਂ ਹੋਈ ਸਾਹਮਣੇ ਹੁੰਦਿਆਂ ਵੀ। ਇਹਨੂੰ ਸੱਚੇ ਪਾਤਸ਼ਾਹ ਮਹਾਰਾਜ ਤਾਈਓ ਕਹਿੰਦੇ ਆ ਸਿੱਖ ਹੋਣਾ ਇਹ ਅਲੂਣੀ ਸਿੱਲ ਚੱਟਣਾ। ਜੇ ਗੁਰੂ ਚਲਾਏ ਨਾ ਤਾਂ ਤੁਰਿਆ ਜਾਂਦਾ, ਆਪਣੀ ਹੁਜਤ ਦੇ ਵਿੱਚ ਨਹੀਂ ਤੁਰਿਆ ਜਾਂਦਾ। ਇਹ ਸਮਝਾਇਆ ਨਹੀਂ ਜਾ ਸਕਦਾ। ਇਹ ਉਹਨੂੰ ਸਮਝ ਆਏਗੀ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਮਨ ਕਰਕੇ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹ ਸਰੀਰ ਹਰ ਮੰਦਰ ਬਣ ਜਾਏਗਾ। ਇਸ ਸਰੀਰ ਦੇ ਅੰਦਰ ਪਾਵਨ ਗੁਣ ਪ੍ਰਗਟ ਹੋ ਜਾਣਗੇ। ਹਰ ਮੰਗਲ ਗਾਓ ਨਿਤ ਸਖੀਏ ਸੋਗ ਦੁਖ ਨਾ ਵਿਆਪੇ। ਤੇ ਫਿਰ ਕੀ ਕਰੇ? ਕਹਿੰਦੇ ਗੁਰ ਚਰਨ ਲਾਗੇ ਦਿਨ ਸੁਭਾਗੇ। ਦੇਖ ਤੇਰੇ ਦਿਨ ਚੰਗੇ ਆਉਣਗੇ। ਅਸੀਂ ਉਡੀਕ ਰਹੇ ਹਾਂ ਜੀ ਦਿਨ ਚੰਗੇ ਆਉਣ। ਮਹਾਰਾਜ ਕਹਿੰਦੇ ਆਪਣੀ ਹੁਜਤ ਕੀਤਿਆਂ ਦਿਨ ਕਦੀ ਚੰਗੇ ਨਹੀਂ ਆਉਣਗੇ। ਗੁਰੂ ਦੀ ਗੱਲ ਮੰਨ, ਦੇਖ ਦਿਨ ਸੁਭਾਗੇ ਆਣਗੇ ਤੇਰੇ। ਗੁਰੂ ਦੇ ਚਰਣੀ ਲੱਗ, ਗੁਰ ਚਰਨ ਲਾਗੇ ਦਿਨ ਸੁਭਾਗੇ। ਆਪਣਾ ਪਿਰ ਜਾਪੇ ਅਨਹਦ ਬਾਣੀ, ਗੁਰ ਸ਼ਬਦ ਜਾਣੀ। ਇਹ ਅੰਦਰ ਦੀਆਂ ਖੇਡਾਂ ਨੇ। ਹਰ ਨਾਮ ਹਰ ਰਸ ਭੁੱਖੋ। ਇਵੇਂ ਤੁਰੋ ਨਾ ਮਹਾਰਾਜ ਜੀ ਕਹਿੰਦੇ। ਇਹ ਹੈ ਗੁਰੂ ਦਾ ਸਿੱਖ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ, ਗੁਰੂ ਮਨ ਭਾਵੈ। ਫਿਰ
जिसनू दयाल होवै मेरा स्वामी, तिस गुरसिख गुर उपदेश सुनावै। तो फिर महाराज जी कहते जन नानक धूर मंगै तिस गुरसिख की, जो आप जपै है अवरह नाम जपावै। सिख गुरसिख बनाता, ते कला गुरसिख एवें नहीं कि सिर्फ दिख रूप च नहीं, जिथे गुरसिख तुर तुर के जाएगा, बैठेगा, उठेगा, विचरेगा, महाराज कहते वो आला दुआला भी पवित्र करेगा, वो दूजियां नूं भी अपनी संगत दे नाल रंगत देगा, नाम दी खुशबू वंडेगा। जिथे जाए बहीऐ भला कहीऐ, झोल अमृत पीजै, वो जिथे जाएगा भला करेगा। तो गुरु रामदास जी कहते असी उस गुरसिख की भी धूड़ भालते हाँ, जिहड़ा सच्ची मुच्ची इस रूप दे विच तुर पिया। जन नानक धूर मंगै तिस गुरसिख की, जो आप जप है अवरह नाम जपावै। होरां नूं भी फिर दसदा ना भलिया, तेरे जीवन के दुख इउं नहीं कट्टे जा सकते, तेरे जीवन के विकार इउं नहीं खत्म होणगे। जे खत्म होणगे तो फिर गुरसिख मीत चल हो गुर चाली, जो गुर कहै सोई भल मानो, हर हर कथा निराली। ते अपनी हुज्जत नाल हम अंधले ज्ञानहीन अज्ञानी, क्यों चल है मार्ग पंथा। गुरु रामदास जी ये साडे तो नहीं तुरिया जाता मार्ग, ये बड़ा सानू कठिन लगता है। तो गुरु रामदास जी कहते फिर कठिन तो है ही है, ये तो वाट हमारी खरी उड़ी नहीं। ये तो बाबा फरीद भी कहते हैं खनियों तिखी बहुत पई नहीं, उस ऊपर है मार्ग मेरा, है ये कठिन है। फिर कहते अरदास कर वो तोरे, कि ये नहीं हम अंधले ज्ञानहीन अज्ञानी, क्यों चाल है मार्ग पंथा, हम अंधले को गुर अंचल दीजै। महाराज अपना पल्ला फड़ाओ, गुरु दे शब्द दी प्रीत दिओ। जन नानक चल है मिलन था, इस प्रीत दे विच असी तुहाडे दीदार कर लिए। आओ जी 2-4 मिनट रह गए ने, करो रसना पवित्र। एक बारी फिर वाहिगुरु सिमरन विच जुड़िए। जो साडे मन नूं टिकाउण वाला है वो गुरु का सिमरन है। भलिओ वेला अमृत दा भलके वेले है, घड़ी 2 घड़ी आओ जी कथा सरवण कीती है। इस कथा नूं सरवण कीतियां होइआं नूं सुहागा फेर दीए शब्द दा, जिन्हों गुरु नानक साहब कहते मन हाली किरसानी करनी, शर्म पानी तन खेत, नाम बीज संतोख सुहागा। ते संतोख गुरु के चेते विचों पैदा होना है। करो अखां बंद, पहला दास बोलेगा, फिर बीबियां ने बोलना है, तो फिर भाई बोलणगे। इवें सिमरन करिए, देखते हैं ज़्यादा आवाज़ किहदी आउंदी है। करो रसना पवित्र, आखो जी वाहे गुरु। बीबियां भाई वाह वाह, वाहे गुरु। बीबियां भाई वाहे गुरु। वाहे गुरु। जपो बीबियां भाई वाहे गुरु। वाहे गुरु। वाहे गुरु। वाहे गुरु। वाहे गुरु। जपो वाहे गुरु। वाहे गुरु। वाहे गुरु। वाहे गुरु। सारे जपो जी वाह गुरु, वाह गुरु, वाह गुरु,
ਵਾਹਿਗੁਰੂ 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 ਵਾਹਿਗੁਰੂ। ਜਪੋ ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਹਜ਼ੂਰ ਜੀ ਇੱਥੋਂ ਸਾਨੂੰ ਆ ਉਪਦੇਸ਼ ਦ੍ਰਿੜ ਕਰਾਉਂਦੇ ਆ, ਭਾਈ ਜੇ ਆਪਣੀ ਹੁਜਤ ਨਾਲ ਤੂੰ ਤੀਰਥ ਵੀ ਤੁਰਿਆ, ਮਹਾਰਾਜ ਕਹਿੰਦੇ ਉਹ ਪ੍ਰਵਾਨ ਨਹੀਂ ਹੈ, ਪਰ ਜੇ ਆਪਣਾ ਆਪ ਤਿਆਗ ਕੇ ਤੀਰਥ ਨਹਾਵਾਂ, ਜੇ ਤਿਸ ਭਾਵਾਂ, ਜੇ ਤੈਨੂੰ ਚੰਗਾ ਲੱਗੇ, ਫਿਰ ਮਹਾਰਾਜ ਕਹਿੰਦੇ ਹੈ ਮਨ ਦਾ ਇਸ਼ਨਾਨ ਵੀ ਗੁਰ ਗਿਆਨ ਸਾਚਾ ਨਾਵਣ ਤੀਰਥ, 10 ਪੁਰਬ ਸਦਾ ਦਸਾਹਰਾ, ਹਉ ਨਾਮ ਹਰ ਕਾ ਸਦਾ ਜਾਚਹੁ, ਦੇਹ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਸੱਚ ਤੋਂ ਬਿਨਾ ਮੈਲ ਹੈ, ਤੇ ਤੇਰੇ ਸ਼ਬਦ ਤੋਂ ਸਾਰੇ ਰੋਗ ਦੂਰ ਹੁੰਦੇ ਹੈ। ਸਤਿਗੁਰੂ ਜੀ ਦੇ ਸ਼ਬਦ ਅੰਮ੍ਰਿਤ ਨਾਲ ਜੋੜੀਏ। ਸਿੱਖ ਦੀ ਪਰਿਭਾਸ਼ਾ ਜਿਹੜੀ ਹੈ ਉਹ ਗੁਰੂ ਦੇ ਹੁਕਮ ਨੂੰ ਮੰਨਣ ਵਾਲੀ ਹੈ, ਗੁਰੂ ਦੇ ਸ਼ਬਦ ਨੂੰ ਮੰਨਣ ਵਾਲੀ ਹੈ। ਗੁਰੂ ਦੀ ਕਾਰ ਦੇ ਵਿੱਚ ਤੁਰਨ ਦੇ ਨਾਲ ਹੀ ਸਿੱਖ ਕਹਾਇਆ ਜਾ ਸਕਦਾ ਹੈ। ਆਓ ਜੀ ਹੁਣ ਸ਼ਾਮ ਦੀ ਵਿਚਾਰਾਂ ਵੱਲ ਆਪ ਸੰਗਤਾਂ ਦੇ ਨਾਲ ਅਗਲੀ ਜਿਹੜੀ ਸਾਂਝ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ, ਗੁਰੂ ਦੇ ਹੁਕਮ ਨੂੰ ਮੰਨਣ ਵਾਲੀ, ਕਿਉਂਕਿ ਅਸਲ ਦੇ ਵਿੱਚ ਗੁਰੂ ਨੂੰ ਸੀਸ ਦੇਣ ਵਾਲਿਆਂ ਦੀ ਗੱਲ ਕਰਾਂਗੇ ਅਸੀਂ। ਉਹਨਾਂ ਪੰਜਾਂ ਦੀ ਗੱਲ ਕਰਨੀ ਆ ਜਿਨ੍ਹਾਂ ਨੇ ਹੁਕਮ ਇੰਨੇ ਸਿਖਰ ਦਾ, ਕੋਈ ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਥੋੜ੍ਹੀ ਉਠਾਇਆ ਸੀ ਕਿ ਭਾਈ ਤੂੰ ਲਾਹੌਰ ਦਾ ਤੇ ਆ ਉੱਠ ਕੇ ਸੀਸ ਦੇ, ਨਹੀਂ ਤੂੰ ਦਿੱਲੀ ਦਾ ਦੇ, ਤੂੰ ਬਈ ਜਗਨਨਾਥਪੁਰੀ ਦਾ ਤੂੰ ਦੇ ਸੀਸ ਮੈਨੂੰ। ਕਿਸੇ ਨੂੰ ਥੋੜ੍ਹੀ ਕਿਹਾ ਸੀ ਮੋਕਮ ਚੰਦ ਨੂੰ, ਗੁਰੂ ਸਾਹਿਬ ਨੇ ਕਿਹਾ ਸੀ ਮੈਨੂੰ ਸੀਸ ਚਾਹੀਦਾ ਹੈ, ਕੋਈ ਹੈ ਗੁਰੂ ਕਾ ਪਿਆਰਾ, ਤੇ ਆਪਣਾ ਆਪ ਸਮਰਪਣ ਕਰਨ ਵਾਲੇ ਪਿਆਰੇ ਸਨ। ਸਿੱਖੀ ਦੀ ਸ਼ੁਰੂਆਤ ਹੁਕਮ ਤੋਂ ਹੈ, ਭਾਣੇ ਤੋਂ ਹੈ। ਸਤਿਗੁਰ ਬਖਸ਼ਿਸ਼ ਕਰਨ, ਸਮੇਂ ਦੀ ਸਮਾਪਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰੀ ਸ਼ੁਕਰਾਨਾ, ਆਪ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਜੀ, ਪ੍ਰਬੰਧਕਾਂ ਦਾ ਧੰਨਵਾਦ। ਮੇਰੀ ਭੁੱਲਾਂ ਗਲਤੀਆਂ ਮੇਰੀ ਝੋਲੀ ਪਾਇਓ, ਸ਼ਬਦ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦਿਓ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।